Hello everyone, welcome back to my channel, and today in this video I am going to give you the band 7 plus sample answer of today's real exam question. That is, young people do not spend their holiday and weekend doing outdoor activities like hiking and climbing in natural environment। कि ਜਿਹੜੇ young ਲੋਕ ਹੈ ਉਹ ਆਪਦੇ holidays ਨੂੰ ਤੇ ਆਪਦੇ weekend ਨੂੰ outdoor activities ਕਰਨ ਵਿੱਚ ਆਪਦੇ time ਨੂੰ spend ਨਹੀਂ ਕਰਦੇ, ਜਿਵੇਂ ਕਿ hiking ਹੋ ਗਿਆ, climbing ਹੋ ਗਿਆ in natural environment। why ਉਹ ਇਦਾਂ ਕਿਉਂ ਨਹੀਂ ਕਰਦੇ and how to encourage them to go out, ਤੇ ਉਹਨਾਂ ਨੂੰ ਕਿਵੇਂ encourage ਕੀਤਾ ਜਾ ਸਕਦਾ ਹੈ ਕਿ ਉਹ ਬਾਹਰ ਜਾ ਕੇ ਇਹਨਾਂ activities ਨੂੰ ਕਰਨ। So let's start it. First of all, introduction. Indeed the means ਹੁੰਦਾ ਹੈ it is true that current youthful ages quite often spend their extra time at home। ਕਿ ਜਿਹੜੇ ਅੱਜ ਕੱਲ੍ਹ ਦਾ youth ਹੈਗਾ ਉਹ ਆਪਦਾ ਜ਼ਿਆਦਾਤਰ time ਜਿਹੜਾ ਉਹ ਘਰੇ ਹੀ spend ਕਰਦੇ ਹੈ as opposed to means as compared to doing open air events ਹੁੰਦੇ ਆ activities। ਕਿ open air ਮਤਲਬ outside activities ਕਰਨ ਦੀ ਬਜਾਏ ਉਹ ਘਰੇ ਰਹਿਣਾ ਹੀ ਪਸੰਦ ਕਰਦੇ ਆ। This is a significant issue, ਇਹ ਬਹੁਤ ਹੀ important issue ਹੈ since it influences their physical and psychological ਵੈਲਬੀਂਗ, ਕਿਉਂਕਿ ਇਹ ਉਹਨਾਂ ਦੀ ਫਿਜ਼ੀਕਲ ਤੇ ਸਾਈਕੋਲੋਜੀਕਲ ਜਿਹੜੀ ਹੈਲਥ ਹੈਗੀ ਹੈ ਜਾਂ ਮੈਂਟਲ ਹੈਲਥ ਜਿਹਨੂੰ ਆਪਾਂ ਕਹਿੰਦੇ ਆ ਉਹਨੂੰ ਅਫੈਕਟ ਕਰਦੇ ਆ। This essay will examine the primary reason why youngsters do not direct outside activities। ਕਿ ਇਹ essay ਜਿਹੜਾ ਹੈ ਉਹ ਕਿਸ ਨੂੰ ਦੱਸੂਗਾ, primary reason ਨੂੰ, ਕਿ ਕਿਉਂ ਜਿਹੜੇ youngster ਹੈ ਉਹ ਬਾਹਰ outside activities ਨਹੀਂ ਕਰਦੇ। prior to proposing two potential measures, ਦੋ solutions ਜਿਹੜੇ ਕਿ ਬਹੁਤ ਹੀ ਫਾਇਦੇਮੰਦ ਅਸਰਦਾਰ ਜਿਹਨੂੰ ਆਪਾਂ ਕਹਿੰਦੇ ਆ potential, ਉਹ solution ਦੇਣ ਤੋਂ ਪਹਿਲਾਂ। ਸੋ ਇਸ ਵਿੱਚ ਦੇਖੋ ਤੁਸੀਂ ਇੰਟਰੋਡਕਸ਼ਨ ਜੋ ਵੀ ਉਸ ਦੇ ਵਿੱਚ ਪਹਿਲਾਂ ਤੁਸੀਂ ਪੈਰਾਫਰੇਜ਼ਿੰਗ ਕਰਨੀ ਹੈ, ਫਿਰ ਆਪਾਂ ਉਸ ਦੇ ਵਿੱਚ ਜੋ ਆਉਣ ਵਾਲੇ ਪੈਰਾਗ੍ਰਾਫ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਉਸ ਦੇ ਬਾਰੇ ਦੱਸਣਾ ਆ। ਸੋ ਇਹਦੇ ਵਿੱਚ ਮੈਂ ਦੱਸਿਆ ਕਿ ਇਟ ਇਨਫਲੂਐਂਸਿਸ देयर ਫਿਜ਼ੀਕਲ ਐਂਡ ਸਾਈਕੋਲੋਜੀਕਲ ਵੈਲਬੀਂਗ, ਕਿ ਇਸ ਚੀਜ਼ ਨੂੰ ਮੈਂ ਡਿਸਕਸ ਕਰੂੰਗੀ। ਤੇ ਥਰਡ ਦਾ ਮੋਸਟ ਇੰਪੋਰਟੈਂਟ ਇਹ ਹੈ ਕਿ ਜਦੋਂ ਵੀ ਤੁਸੀਂ ਥੀਸਿਸ ਸਟੇਟਮੈਂਟ ਲਿਖਦੇ ਹੋ ਉਹਦੇ ਵਿੱਚ ਤੁਸੀਂ ਮੈਂਸ਼ਨ ਕਰ ਦਿਓ ਕਿ ਤੁਸੀਂ ਕਿਸ ਟਾਸਕ ਬਾਰੇ ਜਾਂ ਕਿਸ ਚੀਜ਼ ਬਾਰੇ ਅੱਗੇ ਡਿਸਕ੍ਰਾਈਬ ਕਰਨ ਜਾ ਰਹੇ ਹੋ। ਜਿਵੇਂ ਕਿ ਇਹਦੇ ਵਿੱਚ ਯੂਜੂਅਲੀ ਸਟੂਡੈਂਟ ਲਿਖਦੇ ਆ ਦਿਸ ਐਸੇ ਵਿਲ ਐਗਜ਼ਾਮਿਨ ਦਾ ਪਲੋਜ਼ੀਬਲ ਰੀਜ਼ਨਸ ਅਲੋਂਗ ਵਿਦ ਦਾ ਕਾਊਂਟਰ ਮੇਜਰਸ। ਸੋ ਉਹ ਇੱਕ ਸਹੀ ਆ, ਬਟ ਉਹਦੇ ਲਈ ਤੁਹਾਨੂੰ 5.5 ਐਂਡ 6 ਬੈਂਡ ਸਕੋਰਸ ਤੱਕ ਤੁਹਾਡਾ ਸਕੋਰ ਹੋ ਸਕਦਾ ਹੈ, ਮੇਬੀ ਸਮਟਾਈਮ 6.5, ਬਟ ਇਫ ਯੂ ਵਾਂਟ ਮੋਰ ਬੈਂਡ ਸਕੋਰ then you have to include the question with paraphrasing in your thesis statement, so you should use it। And one more thing that ਇਸ ਕੁਐਸਚਨ ਇਹਦੇ ਵਿੱਚ ਤਾਂ ਜਿੱਦਾਂ ਕੌਜ਼ ਸੋਲਿਊਸ਼ਨ ਸੀ ਤਾਂ ਓਬਵੀਅਸਲੀ ਪਤਾ ਲੱਗ ਰਿਹਾ ਹੈ। ਕਈ ਵਾਰੀ ਕੁਐਸਚਨਸ ਹੁੰਦੇ ਜਿਹਦੇ ਵਿੱਚ ਆਪਾਂ ਨੂੰ 2 ਜਾਂ 3 ਸਟੇਟਮੈਂਟਸ ਦਿੱਤੀਆਂ ਹੁੰਦੀਆਂ, ਸੋ ਉਹਦੇ ਵਿੱਚ ਇਹ ਆਇਡੈਂਟੀਫਾਈ ਕਰਨਾ ਹਾਰਡ ਹੋ ਜਾਂਦਾ ਹੈ ਕਿ ਕਿਹੜੀ ਸਟੇਟਮੈਂਟ ਨਾਲ ਅਸੀਂ ਐਗਰੀ ਹੋਣਾ ਜਾਂ ਕਿਸ ਸਟੇਟਮੈਂਟ ਨਾਲ ਅਸੀਂ ਡਿਸਐਗਰੀ ਹੋਣਾ। ਦੈਟਸ ਵਾਈ ਜੇ ਆਪਾਂ ਥੀਸਿਸ ਸਟੇਟਮੈਂਟ ਦੇ ਵਿੱਚ ਇੱਕ ਵਾਰੀ ਲਾਈਨ ਨੂੰ ਫਿਰ ਪੈਰਾਫਰੇਜ਼ਿੰਗ ਕਰਕੇ ਲਿਖ ਦਾਂਗੇ ਤਾਂ ਐਗਜ਼ਾਮੀਨਰ ਵਿਲ ਨੋ ਦੈਟ ਇਸ ਲਾਈਨ ਨਾਲ ਤੁਸੀਂ ਐਗਰੀ ਹੋ ਜਾਂ ਡਿਸਐਗਰੀ ਹੋ। ਸੋ ਇਹ ਤੁਹਾਡੀ ਓਵਰਆਲ ਬੈਂਡ ਸਕੋਰ 'ਤੇ ਬਹੁਤ ਅੱਛਾ ਐਂਡ ਪੋਜ਼ੀਟਿਵ ਇਫੈਕਟ ਪਾਊਗਾ। ਨੈਕਸਟ ਲੈਟਸ ਸੀ ਦਾ ਬੋਡੀ ਪੈਰਾਗ੍ਰਾਫ 1, ਜਿਹਦੇ ਵਿੱਚ ਆਪਾਂ ਰੀਜ਼ਨਸ ਡਿਸਕਸ ਕਰਨੇ ਆ। commencing with the most prominent reason, prominent like main and important, ਕਿ ਸਭ ਤੋਂ prominent reason ਦੇ ਨਾਲ starting ਕਰਾਂਗੇ। why youngsters stay away from open air exercises, ਕਿ ਕਿਉਂ ਜਿਹੜੇ youngsters ਹੈ ਉਹ open air exercises ਤੋਂ ਦੂਰ ਰਹਿੰਦੇ ਹੈ। ਸੋ ਇਹਦੇ ਵਿੱਚ ਜਦੋਂ ਤੁਸੀਂ the most prominent reason is that ਨਹੀਂ ਲਿਖਣਾ, ਨਾ is ਲਿਖਣਾ ਨਾ that ਲਿਖਣਾ, ਤੁਸੀਂ direct why youngsters ਤੋਂ start ਕਰਨਾ ਆ। so from open air exercises is the absence of individuals personal time। ਤਾਂ ਹੁਣ ਆਪਣੇ ਕੋਲੇ ਵਿਊ ਕੀ ਹੈ, ਐਬਸੈਂਸ ਆਫ ਇੰਡੀਵਿਜੂਅਲਸ ਪਰਸਨਲ ਟਾਈਮ, ਇਹ ਆਪਣੇ ਕੋਲੇ ਵਿਊ ਆ। ਤਾਂ ਤੁਸੀਂ ਸਭ ਤੋਂ ਪਹਿਲਾਂ ਬੋਡੀ ਪੈਰਾਗ੍ਰਾਫ ਦੇ ਵਿੱਚ ਇੱਕ ਟੌਪਿਕ ਸੈਂਟੈਂਸ ਨੂੰ ਮੈਂਸ਼ਨ ਕਰਨਾ ਹੈ, ਫਿਰ ਉਸ ਦੇ ਬਾਅਦ ਤੁਸੀਂ ਉਹਦੇ ਵਿੱਚ ਇੱਕ ਵਿਊ ਨੂੰ ਮੈਂਸ਼ਨ ਕਰਨਾ ਹੈ ਕਿ ਤੁਸੀਂ ਕੀ ਇਸ ਦਾ ਰੀਜ਼ਨ ਦੱਸ ਰਹੇ ਹੋ। ਫਿਰ ਉਸ ਤੋਂ ਬਾਅਦ ਫੁੱਲ ਸਟਾਪ ਲਾ ਕੇ ਤੁਸੀਂ ਆਪਦੇ ਕੋਹੀਜ਼ਨ ਕੋਹਰੈਂਸ ਨੂੰ ਮੇਨਟੇਨ ਕਰਦੇ ਹੋਏ ਵਿਦ ਐਡਵਾਂਸ ਵੋਕੈਬਲਰੀ ਉਹਦਾ ਐਕਸਪਲੇਨੇਸ਼ਨ ਸਟਾਰਟ ਕਰਨਾ ਹੈ। ਐਕਸਪਲੇਨੇਸ਼ਨ ਦੇ ਵਿੱਚ ਤੁਸੀਂ ਨੈਸੈਸਰੀ ਥਿੰਗਸ ਐਂਡ ਨੈਸੈਸਰੀ ਲਾਈਨਸ ਨੂੰ ਹੀ ਇਨਕਲੂਡ ਕਰਨਾ ਹੈ। ਐਵੇਂ ਇੱਕ ਫਿਊਟਾਈਲ ਜਾਂ ਵੇਸਟੇਜ ਆਫ ਜਿਹੜੀ ਸਟੋਰੀ ਹੁੰਦੀ ਹੈ ਤੁਹਾਡੇ ਟਾਸਕ ਨੂੰ ਵੇਸਟ ਕਰ ਦਿੰਦੀ ਹੈ, ਉਸ ਟਾਈਪ ਦੀ ਸਟੋਰੀ ਨਹੀਂ ਪਾਉਣੀ। ਸੋ ਇਸ ਦਾ ਐਕਸਪਲੇਨੇਸ਼ਨ ਆਪਾਂ ਦੇਖਦੇ ਹਾਂ। ਵਿਦ ਹੀਪਸ ਆਫ ਇਰੈਂਡਸ ਫਰੋਮ ਸਕੂਲ, ਹੀਪਸ ਆਫ ਇਰੈਂਡਸ ਹੁੰਦਾ ਲਾਈਕ ਬਹੁਤ ਸਾਰੇ ਟਾਸਕ ਜਿਹੜੇ ਹੁੰਦੇ ਆ ਫਰੋਮ ਸਕੂਲ ਐਂਡ ਵਰਕ, ਸਕੂਲ ਤੇ ਵਰਕ ਤੋਂ। ਦੇ ਡਿਸਾਈਡ, ਦੇਖੋ ਇੱਥੇ ਆਪਾਂ ਕੋਮਾ ਪੁੱਟ ਕੀਤਾ, ਇਟ ਮੀਨਸ ਵੀ ਆਰ ਕਨੈਕਟਿੰਗ ਟੂ ਲਾਈਨਸ ਟੂਗੈਦਰ। ਐਂਡ ਦੇ ਡਿਸਾਈਡ ਟੂ ਅਨਵਿੰਡ ਐਟ ਹੋਮ, ਤਾਂ ਕਰਕੇ ਉਹ ਅਨਵਿੰਡ ਦਾ ਮਤਲਬ ਹੁੰਦਾ ਹੈ ਉਹ ਰਿਲੈਕਸ ਹੋਣਾ, ਕਿ ਇੰਨਾ ਸਾਰਾ ਸਕੂਲ ਦਾ ਕੰਮ ਜਾਂ ਜਿਹੜਾ ਵਰਕ 'ਤੇ ਜਾਂਦੇ ਆ ਜਿਹੜੇ ਯੰਗਸਟਰਸ ਉਹਨਾਂ ਦਾ ਜਿਹੜਾ ਇੰਨਾ ਜ਼ਿਆਦਾ ਪ੍ਰੈਸ਼ਰਸ ਹੁੰਦਾ, ਇੰਨੇ ਸਾਰੇ ਟਾਸਕ ਹੁੰਦੇ ਆ,
ਉਹਦੇ ਕਰਕੇ ਉਹ ਡਿਸਾਈਡ ਕਰਦੇ ਕਿ ਉਹ ਘਰੇ ਬਹਿ ਕੇ ਰਿਲੈਕਸ ਕਰਨਗੇ। ਦੈਟ ਬੀਇੰਗ ਦ ਰੀਜ਼ਨ, ਇਹੀ ਇੱਕ ਰੀਜ਼ਨ ਹੈ ਦੇयर इज़ नो मोर एनर्जी ਲੈਫਟ ਟੂ ਸਪੈਂਡ ਔਨ ਆਊਟਸਾਈਡ ਐਕਸਰਸਾइजेस ਕਿ ਆਊਟਸਾਈਡ ਐਕਸਰਸਾइज ਕਰਨ ਦੇ ਲਈ ਜ਼ਿਆਦਾ ਐਨਰਜੀ ਜਿਹੜੀ ਨਹੀਂ ਬਚਦੀ ਹੈ। Consequently, youngsters do not get enough exercise, the youngsters ਜਿਹੜੇ ਆ ਉਹ enough exercise ਨਹੀਂ ਕਰਦੇ, which could lead to actual acute issues. Sorry, there is a mistake. Wait a minute. There should be acute. Yes, so there which could lead to acute issues, ਜਿਹੜੇ acute ਹੁੰਦੇ ਹੈ ਬਹੁਤ ਹੀ complex ਤੇ harmful issues ਨੂੰ ਇਹ ਚੀਜ਼ lead ਕਰਦੀ ਹੈ, like coronary illness means mental and heart disease ਆਪਾਂ ਕਹਿ ਸਕਦੇ ਹਾਂ, and so on. Another key element is the unfortunate conditions of the open air action destinations. Open air action मतलब बाहर outside activities ਕਰਨ ਵਾਲੀਆਂ ਜਿਹੜੀਆਂ destinations ਹੈ, like parks ਹੋ ਗਏ, gardens ਹੋ ਗਏ, ਉਹਨਾਂ ਦੀ conditions ਕੀ ਹੈ, unfortunate ਹੈ, ਕਹਿਣ ਦਾ ਮਤਲਬ ਕਿ ਬਹੁਤ ਹੀ poor ਆ, ਬਹੁਤ ਹੀ ਖਰਾਬ ਉਹਨਾਂ ਦੀ conditions ਆ। As a portion of these areas, ਕਿ ਇਹਨਾਂ areas ਦਾ ਕੁਛ ਜਿਹੜਾ portion ਹੈ is in an awful condition, ਉਹ ਬਹੁਤ ਹੀ ਭਿਆਨਕ ਤੇ ਖਰਾਬ condition ਵਿੱਚ ਹੈ to do activities there, full stop. For instance, the paths for strolling is not agreeable. It means ਜਿਹੜਾ ਕਿ stroll ਬਾਹਰ ਹੁਣ ਜਦੋਂ ਵੀ ਕੋਈ ਸਕੂਲ ਜਾਂ ਕੰਮ ਤੋਂ ਆਉਂਦੇ ਆ ਤਾਂ ਉਸ ਤੋਂ ਬਾਅਦ ਜਦੋਂ stroll ਕਰਨ ਲਈ ਬਾਹਰ ਜਾਂਦੇ ਤਾਂ strolling path ਜਿਹੜੇ ਆ ਉਹ ਸਹੀ ਨਹੀਂ ਹੁੰਦੇ, is not agreeable, ਕਿ ਉਹ ਇਸ ਯੋਗ ਨਹੀਂ ਹੁੰਦੇ ਕਿ ਉੱਥੇ ਉਸ ਨੂੰ ਯੂਜ਼ ਕੀਤਾ ਜਾ ਸਕੇ। This implies outside exercises have low interest to youngsters. ਤੇ ਇਹ ਜਿਹੜੀ ਚੀਜ਼ ਹੈ ਇਹ ਕੀ ਕਰਦੀ ਹੈ, youngsters ਦੇ ਅੰਦਰ outside exercise ਨੂੰ ਲੈ ਕੇ low interest ਨੂੰ ਪੈਦਾ ਕਰਦੀ ਹੈ ਕਿ ਉਹਨਾਂ ਦਾ ਕੋਈ interest ਨਹੀਂ ਰਹਿੰਦਾ। Subsequently, mental issues like social fear, ਇਸ ਤੋਂ ਬਾਅਦ ਜਿਹੜੇ mental issues ਹੈ ਜਿਵੇਂ ਕਿ social fear, like ਬਾਹਰ ਜਾਵਾਂਗੇ ਤਾਂ ਕੋਈ ਸਾਨੂੰ ਪੁੱਛੂਗਾ ਕਿ ਤੁਹਾਡੀ ਸਟੱਡੀ ਕੀ ਚੱਲ ਰਹੀ ਹੈ ਜਾਂ ਸਟੱਡੀ ਕੰਪਲੀਟ ਹੋਈ ਹੈ ਤਾਂ ਹੁਣ ਤੁਸੀਂ ਕੀ ਕਰ ਰਹੇ ਹੋ। ਫॉर ਮੋਸਟਲੀ ਜੇ ਆਪਾਂ IELTS ਦੇ ਸਟੂਡੈਂਟ ਦੀ ਪੁੱਛੀਏ ਤਾਂ ਉਹ ਕਹਿੰਦੇ ਨੇ social fears like ਤੇਰੇ ਬੈਂਡ ਸਕੋਰ ਆਏ, ਜੇ ਆਏ ਆ ਤਾਂ ਫਿਰ ਤੂੰ ਕਦੋਂ ਜਾਣਾ, ਤੇਰੀ ਕਿੰਨਾ ਚਿਰ ਹੋ ਗਿਆ ਫਾਈਲ ਲੱਗੀ ਨੂੰ, and so many of questions. So like social fear would be created because of restricted social exercises. So this is the body paragraph, a complete body paragraph with enough vocabulary and cohesion coherence. So you could get an idea from here to how to write a body paragraph in writing task 2. Let's move to the another one. However, by taking some plausible measures, it means that some potential solutions, this problem can be mitigated, this problem can be solved or reduced. First and foremost, schools and firms out to guarantee individuals have a solid adjusting life, ਕਿ ਜਿਹੜੇ schools ਆ, firms like companies ਹੈ, ਉਹਨਾਂ ਨੂੰ ਵੀ guarantee ਲੈਣੀ ਚਾਹੀਦੀ ਹੈ ਕਿ ਉਹ individuals ਦੀ ਇੱਕ solid like ਇੱਕ ਉਹਨਾਂ ਦੀ life ਨੂੰ ਚੰਗੀ ਤਰ੍ਹਾਂ adjust ਰੱਖਣਗੇ by decreasing school work। ਤੇ ਉਹ ਚੀਜ਼ ਕਿਵੇਂ ਹੋ ਸਕਦੀ ਆ ਕਿ ਉਹਨਾਂ ਦਾ ਸਕੂਲ ਵਰਕ ਡਿਕਰੀਜ਼ ਕੀਤਾ ਜਾਵੇ, ਲਰਨਰਸ ਦਾ, ਐਂਡ ਐਕਸਟਰਾ ਟਾਈਮ ਫॉर EMPLOYEES ਤੇ EMPLOYEES ਨੂੰ ਐਕਸਟਰਾ ਟਾਈਮ ਦਿੱਤਾ ਜਾਵੇ। Furthermore, the regional government ਜਿਹੜੀ local government ਹੈ should put more cash into keeping up with parks and trials, ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਕਿ ਜਿਹੜੇ ਪਾਰਕਸ ਤੇ ਟਰਾਇਲਸ ਹੈਗੇ ਉਹਨਾਂ ਤੇ ਜ਼ਿਆਦਾ ਫੰਡਿੰਗ ਕਰਨੀ ਚਾਹੀਦੀ ਹੈ। ਦਿਸ ਵੁੱਡ ਅਰਜ ਮੀਨਸ ਇਨਕਰੇਜ, ਇਹ ਚੀਜ਼ ਇਨਕਰੇਜ ਕਰੂਗੀ ਮੋਰ ਯੰਗਸਟਰਸ ਟੂ ਸਪੈਂਡ ਟਾਈਮ ਇਨ ਨੈਚੁਰਲ ਹੈਬਿਟੇਟਸ। ਸੋ ਇਹਦੇ ਵਿੱਚ ਇੱਕ ਚੀਜ਼ ਤੁਸੀਂ ਹੋਰ ਧਿਆਨ ਰੱਖਣੀ ਹੈ ਕਿ ਜੋ ਤੁਸੀਂ ਕੌਜ਼ ਲਿਖਿਆ ਉਹਦਾ ਹੀ ਤੁਸੀਂ ਸੋਲਿਊਸ਼ਨ ਲਿਖਣਾ ਹੈ। ਇਹ ਵੀ ਨਾ ਹੋਵੇ ਕਿ ਤੁਸੀਂ ਕਾਰਨ ਕੋਈ ਹੋਰ ਲਿਖ ਰਹੇ ਹੋ ਤੇ ਸੋਲਿਊਸ਼ਨ ਤੁਸੀਂ ਨੈਕਸਟ ਬੋਡੀ ਪੈਰਾਗ੍ਰਾਫ ਦੇ ਵਿੱਚ ਹੋਰ ਲਿਖ ਰਹੇ ਹੋ। ਇਸ ਦਾ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ ਕਿ ਇੱਕ ਬੋਡੀ ਪੈਰਾਗ੍ਰਾਫ ਦੇ ਵਿੱਚ ਤੁਸੀਂ ਕੌਜ਼ ਪਲੱਸ ਉਹਦਾ ਸੋਲਿਊਸ਼ਨ ਲਿਖੋ ਐਂਡ then ਫਿਰ body paragraph 2 ਦੇ ਵਿੱਚ ਤੁਸੀਂ cause ਤੇ ਉਹਦਾ solution ਲਿਖੋ। So that also another format you can use in your writing task 2. In conclusion, youngsters do not go outside has become a contentious issue, ਕਿ ਜਿਹੜੇ youngsters ਹੈ ਉਹ ਬਾਹਰ ਨਹੀਂ ਜਾਂਦੇ ਤੇ ਇਹ ਚੀਜ਼ ਬਹੁਤ ਹੀ ਇੱਕ ਭਖਦਾ ਹੋਇਆ ਮੁੱਦਾ ਬਣ ਚੁੱਕੀ ਹੈ, which is fundamentally caused by restricted individual time and unfortunate framework। ਤੇ ਇਹ fundamentally ਜਿਹੜੀ like ਇਹਦਾ basic ਕਾਰਨ ਇਹਦਾ ਕੀ ਹੈ ਕਿ ਇੱਕ ਤਾਂ ਲੋਕਾਂ ਕੋਲੇ ਜਾਂ individual ਕੋਲੇ time ਬਹੁਤ ਘੱਟ ਹੁੰਦਾ, restrict time ਹੁੰਦਾ, and unfortunate framework like ਜਿਹੜਾ ਬਾਹਰ ਦਾ infrastructure ਆ ਉਹ ਵੀ ਸਹੀ ਨਹੀਂ ਹੁੰਦਾ। I think ਇੱਥੇ unfortunate ਦੀ ਜਗ੍ਹਾ ਤੁਸੀਂ poor ਵੀ ਲਿਖ ਸਕਦੇ ਹੋ because ਇਹ ਆਪਣੀ repetition ਨੂੰ avoid ਕਰੂਗਾ। You can also write here poor framework, it decreases the repetition।
आई थिंक दैट ਮੈਨੂੰ ਇਹ ਲੱਗਦਾ ਐਸੋਸੀਏਸ਼ਨਸ ਜਿਹੜੇ ਗਵਰਨਮੈਂਟਸ ਹੈਗੀਆਂ ਜਾਂ ਕੰਪਨੀਜ਼ ਜਿਹੜੇ ਹੈਗੇ ਆ ਆਊਟ ਟੂ ਸ਼ੁੱਡ ਡਿਕਰੀਜ਼ ਵਰਕ ਫॉर ਯੰਗਸਟਰਸ ਉਹਨਾਂ ਨੂੰ ਯੰਗਸਟਰਸ ਦੇ ਲਈ ਕੰਮ ਨੂੰ ਡਿਕਰੀਜ਼ ਕਰ ਦੇਣਾ ਚਾਹੀਦਾ ਹੈ ਐਂਡ ਦ ਗਵਰਨਮੈਂਟ ਆਊਟ ਟੂ ਗਿਵ ਮੋਰ ਫਾਈਨੈਂਸ ਇਨ ਕੀਪਿੰਗ ਅਪ ਵਿਦ ਓਪਨ ਏਅਰ ਐਕਸ਼ਨ ਡੈਸਟੀਨੇਸ਼ਨਸ ਐਂਡ ਜਿਹੜੇ ਓਪਨ ਐਕਸ਼ਨ ਏਅਰ ਡੈਸਟੀਨੇਸ਼ਨਸ ਹੈ ਉੱਥੇ ਗਵਰਨਮੈਂਟ ਨੂੰ ਜ਼ਿਆਦਾ ਪੈਸਾ ਦੇਣਾ ਚਾਹੀਦਾ ਜ਼ਿਆਦਾ ਫੰਡਿੰਗ ਕਰਨੀ ਚਾਹੀਦੀ ਹੈ ਸੋ ਇੱਥੇ ਤੁਸੀਂ ਦੇਖੋ ਕਿ ਆਪਾਂ ਐਂਡ ਦੇ ਅੱਗੇ ਕੋਮਾ ਲਾਇਆ ਇਟ ਮੀਨਸ ਵੀ ਆਰ ਕਨੈਕਟਿੰਗ ਟੂ ਸੈਂਟੈਂਸਸ so this is an proper task of task 2 ਅੱਜ ਦਾ ਜਿਹੜਾ ਟਾਸਕ ਆਇਆ ਸੀਗਾ ਰੀਅਲ ਐਗਜ਼ਾਮ ਦੇ ਵਿੱਚ ਉਹਦਾ ਇੱਕ ਪ੍ਰੋਪਰ ਫਾਰਮੈਟ ਹੈ so you can write you should write in your notebook so that you will get enough vocabulary cohesion coherence and way of writing task 2 so that's the end of this video thank you for watching it and keep subscribe my channel for the upcoming videos on cue card advanced vocabulary and the shorts on collocations and some other materials so thank you bye let's meet in the next video